IELTS speaking is one of the difficult tasks for many of the students because they don't know how to give answers. They always struggle with their grammar and vocabulary. So in this video, I am going to teach you actually what is the requirement of the speaking text. ਇਸ ਵੀਡੀਓ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਸਟੂਡੈਂਟਸ ਕਿ IELTS ਦੀ ਸਪੀਕਿੰਗ ਦੇ ਵਿੱਚ ਐਕਚੁਅਲੀ ਐਗਜ਼ਾਮੀਨਰ ਕੀ ਚੀਜ਼ਾਂ ਤੁਹਾਡੇ ਤੋਂ ਐਕਸਪੈਕਟ ਕਰਦਾ। ਨੰਬਰ 2 ਤੇ ਅਸੀਂ ਗੱਲ ਕਰਾਂਗੇ ਕਿ ਤੁਹਾਡੀ ਸਪੀਕਿੰਗ ਨੂੰ ਇਵੈਲੂਏਟ ਜਾਂ ਫਿਰ ਅਸੈਸ ਕਿਵੇਂ ਕੀਤਾ ਜਾਂਦਾ, ਮੀਨਸ ਕਿ ਤੁਹਾਨੂੰ ਨੰਬਰ ਕਿਸ ਚੀਜ਼ ਦੇ ਮਿਲਦੇ ਆ, ਕਿ ਤੁਹਾਨੂੰ ਗ੍ਰਾਮਰ ਦੇ ਨੰਬਰ ਮਿਲਦੇ ਆ ਜਾਂ ਤੁਹਾਨੂੰ ਤੁਹਾਡੀ ਨੌਲੇਜ ਦੇ ਨੰਬਰ ਮਿਲਦੇ ਆ, ਕਿ ਤੁਸੀਂ ਸੱਚ ਬੋਲ ਸਕਦੇ ਆ, ਕਿ ਤੁਸੀਂ ਝੂਠ ਬੋਲ ਸਕਦੇ ਆ। ਐਂਡ ਨੰਬਰ 3 ਦੇ ਉੱਤੇ ਮੈਂ ਗੱਲ ਕਰੂੰਗਾ ਕਿ ਕਿਵੇਂ ਆਪਾਂ ਕੁਝ ਕੁਐਸਚਨਸ ਦੇ ਆਨਸਰ ਦੇਣੇ ਆ। ਸੋ ਐਗਜ਼ਾਮਪਲਸ ਦੇ ਨਾਲ ਕੁਐਸਚਨ ਲਵਾਂਗਾ, ਉਹਨਾਂ ਦੇ ਆਨਸਰ ਦੇ ਕੇ ਦੱਸੂੰਗਾ ਕਿ ਕਿਵੇਂ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਕਈ ਵਾਰੀ IELTS ਦੇ ਵਿੱਚੋਂ 5.5 ਤੱਕ ਹੀ ਰਹਿ ਜਾਂਦੇ ਆ। ਔਰ ਸੋ ਇਸ ਵੀਡੀਓ ਦੇ ਵਿੱਚ ਅਸੀਂ 3 ਚੀਜ਼ਾਂ ਦੇ ਉੱਤੇ ਬੇਸਿਕ ਗੱਲ ਕਰਾਂਗੇ। ਵਾਟ ਇਜ਼ ਦਾ IELTS ਸਪੀਕਿੰਗ ਟੈਸਟ, ਵਾਟ ਦਾ ਐਗਜ਼ਾਮੀਨਰ ਇਜ਼ ਲੁਕਿੰਗ ਇਨ ਯੂ, ਐਂਡ ਨੰਬਰ 3 how to give right and appropriate answers. So let's get started and see how to give effective answers in the IELTS speaking. So student एक चीज और कहनी चाहना कि वीडियो ਨੂੰ अगर वीडियो ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ, ਈਵਨ ਬਾਕੀ ਨਾਲ ਵੀ ਸ਼ੇਅਰ ਕਰਿਓ ਤੇ ਸਭ ਤੋਂ ਇੰਪੋਰਟੈਂਟ ਚੀਜ਼ don't forget to subscribe my YouTube channel if you want to improve your speaking, even other skills in the IELTS. And first you have to watch this video complete, and if you like this video then don't forget to like and subscribe my channel. Let's get started. How to answer the questions in IELTS speaking part 1. IELTS speaking part 1 ਦੇ ਵਿੱਚ first of all ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਆ that are personal questions, means ਕੀ ਆ ਕਿ just about you, your work, your home, your study, etc. These kind of questions and easy questions ਹੁੰਦੇ ਆ ਤਾਂ ਕਿ ਸਟੂਡੈਂਟ ਥੋੜਾ ਵਾਰਮ ਅਪ ਹੋ ਜਾਵੇ। ਫਸਟ ਆਫ ਆਲ ਆਪਾਂ ਇਹ ਦੇਖੀਏ ਵੀ ਆਨਸਰ ਕਿਵੇਂ ਦੇਣੇ ਆ। ਫਸਟ ਆਫ ਆਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਗਜ਼ਾਮੀਨਰ ਜਦੋਂ ਸਾਡੀ ਸਪੀਕਿੰਗ ਕੰਡਕਟ ਕਰਦਾ ਆ what he looks, ਵੀ ਮੀਨਸ ਕੀ ਆ ਕਿ ਸਾਨੂੰ ਸਕੋਰ ਜਿਹੜਾ ਕਿਸ ਚੀਜ਼ ਦਾ ਮਿਲਦਾ। ਸੋ ਉਹਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਦੱਸ ਦਵਾਂ ਕਿ ਹਾਊ ਯੂ ਆਰ ਅਸੈਸਡ। ਫਸਟ ਆਫ ਆਲ 4 ਕ੍ਰਾਈਟੇਰੀਆਜ਼ ਜਿਹੜੇ ਕਿ ਜਿਹਦੇ ਅਕੋਰਡਿੰਗ ਇੱਕ ਸਟੂਡੈਂਟ ਨੂੰ ਜੱਜ ਕੀਤਾ ਜਾਂਦਾ। ਫਸਟ ਆਫ ਆਲ ਫਲੂਐਂਸੀ ਐਂਡ ਕੋਹੇਰੈਂਸ, ਇਹਦੇ 25% ਨੰਬਰ ਹੁੰਦੇ ਆ। ਲੈਕਸੀਕਲ ਰਿਸੋਰਸਸ ਆਰ ਆਲਸੋ ਕਾਊਂਟਡ ਫॉर 25%, ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ 25%, ਪ੍ਰੋਨੰਸੀਏਸ਼ਨ 25%। ਸੋ ਇਹ 4 ਚੀਜ਼ਾਂ ਦੇ ਅਕੋਰਡਿੰਗ ਸਟੂਡੈਂਟ ਨੂੰ ਅਸੈਸ ਕੀਤਾ ਜਾਂਦਾ। ਕੀ ਹੈਗੀਆਂ ਚੀਜ਼ਾਂ? ਫਸਟ ਆਫ ਆਲ ਫਲੂਐਂਸੀ ਐਂਡ ਕੋਹੇਰੈਂਸ। ਫਲੂਐਂਸੀ ਮੀਨਸ ਕਿ ਹਾਊ effectively you speak. For example, if I say ਜਿਵੇਂ ਮੈਂ ਕਹਿ ਦਵਾਂ ਕਿ I am studying in these days. So ਇਸ ਤਰ੍ਹਾਂ ਇੱਕ ਫਲੋ ਦੇ ਵਿੱਚ ਚੀਜ਼ ਨੂੰ ਬੋਲਣਾ ਉਹਨੂੰ ਫਲੂਐਂਸੀ ਕਹਿੰਦੇ ਆ। ਅਗਰ ਤੁਸੀਂ ਇਸ ਤਰੀਕੇ ਨਾਲ ਬੋਲਦੇ ਆ I study in ਇਸ ਤਰੀਕੇ ਨਾਲ ਅਗਰ ਬੋਲਦੇ ਆ ਸਟੂਡੈਂਟ, that is not your fluency. ਤੁਹਾਡੀ ਫਲੂਐਂਸੀ ਜਿਹੜੀ ਆ ਖਰਾਬ ਹੋ ਜਾਂਦੀ ਆ। ਸੋ ਫਲੂਐਂਸੀ ਮੀਨਸ ਕਿ ਇੱਕ ਲਾਈਨ ਨੂੰ, ਇੱਕ ਸੈਂਟੈਂਸ ਨੂੰ ਸਿੰਪਲੀ ਐਂਡ ਐਕਿਊਰੇਟਲੀ ਬੋਲਣਾ ਲਗਾਤਾਰ, ਨਾ ਕਿ ਰੁਕ ਕੇ। ਕੋਹੇਰੈਂਸ ਮੀਨਸ ਕਿ ਤੁਸੀਂ ਆਪਣੇ ਆਈਡੀਆਜ਼ ਨੂੰ ਕਿਵੇਂ ਲਿੰਕ ਕਰਦੇ ਆ। ਫੋਰ ਐਗਜ਼ਾਮਪਲ ਮੋਰ ਓਵਰ ਐਂਡ ਵਗੈਰਾ ਲਗਾ ਕੇ, that is called the coherence. ਨੰਬਰ 2 ਲੈਕਸੀਕਲ ਰਿਸੋਰਸਸ। ਲੈਕਸੀਕਲ ਰਿਸੋਰਸਸ ਮੀਨਸ ਕਿ ਤੁਸੀਂ ਵੋਕੈਬਲਰੀ ਕਿਸ ਤਰੀਕੇ ਦੀ ਯੂਜ਼ ਕਰਦੇ ਆ। ਸੋ ਵੋਕੈਬਲਰੀ ਦੇ ਵੀ 25% ਨੰਬਰ ਹੁੰਦੇ ਆ। then we have the grammatical range and accuracy. grammatical range and accuracy means ਕਿ ਤੁਸੀਂ ਗ੍ਰਾਮਰ ਕਿਸ ਤਰੀਕੇ ਦੀ ਯੂਜ਼ ਕਰਦੇ ਆ। ਮੀਨਸ ਕੀ ਆ ਕਿ ਮੈਂ ਸਿੰਪਲ ਵੀ ਸੈਂਟੈਂਸ ਕਿਸੇ ਨੂੰ ਬੋਲ ਸਕਦਾ, ਕਿਸੇ ਸੈਂਟੈਂਸ ਨੂੰ ਸਿੰਪਲੀ ਵੀ ਬੋਲ ਸਕਦਾ। ਜਿਵੇਂ ਕਿ ਮੈਂ ਕਹਿ ਦਵਾਂ ਕਿ I go to school, I don't like study. ਸੋ ਉੱਥੇ ਕੀ ਹੋਊਗਾ? ਸਿੰਪਲ ਸੈਂਟੈਂਸ ਬੋਲੇ ਦੋਨੋਂ। ਅਗਰ ਮੈਂ ਕਹਿ ਦਵਾਂ although I go to school, I don't like study. ਸੋ ਇਹਦੇ ਵਿੱਚ ਵੀ ਕੀਤਾ ਕਿ ਉਹੀ ਸੈਂਟੈਂਸ ਨੂੰ although ਲਗਾ ਕੇ ਮੈਂ ਸੇਮ ਮਿਕਸ ਕਰ ਦਿੱਤਾ, ਦੋਨਾਂ ਤੋਂ ਸਿੰਪਲ ਤੋਂ ਕੰਪਲੈਕਸ ਸੈਂਟੈਂਸ ਬਣ ਗਿਆ। ਸੋ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ ਦਾ ਮੀਨਿੰਗ ਕੀ ਹੈਗਾ ਕਿ what kind of sentences are you using? Is there any variety? Are you using only simple sentences? ਕਿ ਤੁਸੀਂ ਕੰਪਲੈਕਸ ਜਾਂ ਕੰਪਾਊਂਡ ਸੈਂਟੈਂਸਸ ਨੂੰ ਯੂਜ਼ ਕਰਦੇ ਆ? Do you use relative and subordination? ਸੋ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਆਪਾਂ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ। ਨੰਬਰ 2 ਤੇ ਕਿ ਹਾਊ ਐਕੂਰੇਟ ਯੂਅਰ ਸੈਂਟੈਂਸਸ ਆਰ, ਕਿ ਤੁਹਾਡੇ ਸੈਂਟੈਂਸ ਕਿੰਨੇ ਐਕੂਰੇਟ ਆ। ਇਹ ਹੋ ਗਈਆਂ ਚੀਜ਼ਾਂ। ਸੋ ਇਹਦੇ ਵੀ ਸਾਨੂੰ 25% ਨੰਬਰ ਮਿਲਦੇ ਆ। ਆਫਟਰ ਦੈਟ ਵੀ ਹੈ ਪ੍ਰੋਨੰਸੀਏਸ਼ਨ। Pronunciation means ki how clearly we speak the words, because sometimes students miss some letters. For example, if I have to say parents, ਤਾਂ ਕੀ ਸਟੂਡੈਂਟ ਕਰਦੇ ਆ ਕਿ ਉੱਥੇ S ਨੂੰ ਜਿਹੜਾ ਆ ਮਿਸ ਕਰ ਜਾਂਦੇ, ਪੇਰੈਂਟ ਕਹਿ ਜਾਂਦੇ ਆ ਕਿ ਹਾਲਾਂਕਿ ਪੇਰੈਂਟਸ ਕਹਿਣਾ ਹੁੰਦਾ। ਜਾਂ ਫਿਰ ਕਈ ਵਾਰੀ ਉਹ ਓਪਨਲੀ ਆਪਣੇ ਮੂੰਹ ਨੂੰ ਜਿਹੜਾ ਪੂਰਾ ਵਾਈਡਲੀ ਓਪਨ ਨਹੀਂ ਕਰਦੇ, ਉਹਦੇ ਕਰਕੇ ਕੁਝ ਵਰਡਸ ਕਲੀਅਰ ਨਹੀਂ ਸੁਣਦੇ। ਸੋ ਮਿਸ ਪ੍ਰੋਨੰਸੀਏਸ਼ਨ ਕਰਨਾ, ਵਰਡਸ ਨੂੰ ਗਲਤ ਤਰੀਕੇ ਨਾਲ ਬੋਲਣਾ, that is called the pronunciation. So whenever you are giving speaking on the IELTS, ਤੇ ਤੁਹਾਨੂੰ ਜਿਹੜਾ ਐਗਜ਼ਾਮੀਨਰ ਆ ਇਹਨਾਂ 4 ਚੀਜ਼ਾਂ ਦੇ ਉੱਤੇ ਬੇਸਡ ਹੀ ਨੰਬਰ ਦਊਗਾ
ਇਹਨਾਂ 4 ਚੀਜ਼ਾਂ ਦਾ ਹੀ ਖਿਆਲ ਰੱਖੂਗਾ। ਇਸ ਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਪੁਆਇੰਟਸ ਹੈਗੇ ਜਿਹੜੇ ਆਪਾਂ ਯਾਦ ਰੱਖਣੇ ਆ, ਉਹਨਾਂ ਨੂੰ ਵੀ ਆਪਾਂ ਸਮਝਦੇ ਹਾਂ। ਸੋ ਪੁਆਇੰਟਸ ਟੂ ਰਿਮੈਂਬਰ ਮੀਨਸ ਕਿ ਕਿਹੜੇ ਉਹ ਪੁਆਇੰਟਸ ਆ ਜਿਹੜੇ ਆਪਾਂ ਇਸ ਚੀਜ਼ ਤੋਂ ਇਲਾਵਾ ਵੀ ਯਾਦ ਰੱਖਣੇ ਆ, that is very important। So first of all, it's a speaking test, not a knowledge or IQ test। means ਕੀ ਆ ਕਿ IELTS ਦੇ ਵਿੱਚ ਜਿਹੜਾ ਤੁਹਾਡਾ ਸਪੀਕਿੰਗ ਟੈਸਟ ਹੋ ਰਿਹਾ ਹੈ ਤੁਹਾਡੀ ਨੌਲੇਜ ਦਾ ਟੈਸਟ ਨਹੀਂ ਹੈਗਾ। ਈਵਨ ਯੂ ਕੈਨ ਸਪੀਕ ਅ ਲਾਈ, ਤੁਸੀਂ ਕੋਈ ਵੀ ਇਨਫੋਰਮੇਸ਼ਨ ਝੂਠ ਵੀ ਦੇ ਸਕਦੇ ਆ, ਬਿਕੋਜ਼ ਤੁਹਾਡੀ ਨੌਲੇਜ ਟੈਸਟ ਨਹੀਂ ਹੋ ਰਹੀ, ਤੁਹਾਡੀ ਸਿਰਫ ਤੇ ਸਿਰਫ ਸਪੀਕਿੰਗ ਹੋ ਰਹੀ ਆ, ਤੁਹਾਡੀ ਲੈਂਗੁਏਜ ਐਬਿਲਿਟੀ ਚੈੱਕ ਹੋ ਰਹੀ ਆ ਕਿ ਹਾਊ ਵੈਲ ਯੂ ਕੈਨ ਸਪੀਕ ਐਂਡ ਹਾਊ ਮਚ ਲੈਂਗੁਏਜ ਡੂ ਯੂ ਨੋ। ਨੰਬਰ 2 ਮੈਂ ਲਿਖਿਆ ਹੀ ਹੋਇਆ ਕਿ ਲੈਂਗੁਏਜ ਇੰਪੋਰਟੈਂਟ ਆ, ਨਾ ਕਿ ਤੁਹਾਡੀ ਨੌਲੇਜ ਇੰਪੋਰਟੈਂਟ ਆ। ਦੈਨ ਬੀ ਕੌਨਫੀਡੈਂਟ। ਬਹੁਤ ਸਾਰੇ ਸਟੂਡੈਂਟਸ ਹਮੇਸ਼ਾ ਡਰ ਕੇ ਸਪੀਕਿੰਗ ਦਿੰਦੇ ਆ, ਉਹ ਇਸ ਤਰੀਕੇ ਨਾਲ ਜਾਣਗੇ ਜਿਵੇਂ ਉਹਨਾਂ ਨੂੰ ਕੋਈ ਜੌਬ ਦੀ ਇੰਟਰਵਿਊ ਦੇਣ ਜਾ ਰਹੇ ਆ ਤੇ ਜੇਕਰ ਉਹਨਾਂ ਤੋਂ ਇੰਟਰਵਿਊ ਵਧੀਆ ਨਹੀਂ ਹੋਈ ਤਾਂ ਉਹਨਾਂ ਨੂੰ ਬਾਹਰ ਕੱਢ ਦੇਣਾ ਆ। ਦੈਟਸ ਜਸਟ ਸਪੀਕਿੰਗ ਟੈਸਟ। ਯੂ ਹੈਵ ਟੂ ਬੀ ਚੈੱਕਡ ਵੈਦਰ ਯੂ ਕੈਨ ਸਪੀਕ ਔਰ ਨਾਟ। ਤੁਹਾਨੂੰ ਸਿਰਫ ਇੰਨਾ ਹੀ ਚੈੱਕ ਕਰਨਾ ਆ ਕਿ ਤੁਸੀਂ ਫੇਸ ਟੂ ਫੇਸ ਜਦੋਂ ਤੁਸੀਂ ਕਿਸੇ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਜਾਣਾ ਆ ਕਿ ਤੁਸੀਂ ਉੱਥੇ ਗੱਲ ਵੀ ਕਰ ਸਕਦੇ ਹੋ ਕਿਸੇ ਦੇ ਨਾਲ, ਕਿ ਤੁਹਾਡੇ ਕੋਲ ਐਬਿਲਿਟੀ ਹੈਗੀ ਹੈ ਕਿ ਤੁਸੀਂ ਇੰਨੀ ਕੁ ਲੈਂਗੁਏਜ ਬੋਲ ਸਕੋ। ਸੋ ਇਹ ਮੇਨ ਪਰਪਸ ਹੈਗਾ ਹੈ ਸਪੀਕਿੰਗ ਟੈਸਟ ਦਾ। ਦੈਨ ਸਟੂਡੈਂਟ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਹਾਂ ਡੈਫੀਨੇਟਲੀ ਸਾਡੇ ਫੇਸ ਤੇ ਸਮਾਈਲ ਹੋਣੀ ਚਾਹੀਦੀ ਹੈ। ਈਵਨ ਆਰ ਫੇਸ਼ੀਅਲ ਐਕਸਪ੍ਰੈਸ਼ਨਸ ਮੇਕ ਆਰ ਲੈਂਗੁਏਜ ਐਂਡ ਸਪੀਕਿੰਗ ਸਕਿੱਲਸ ਮੋਰ ਇਫੈਕਟਿਵ। ਸੋ ਜੇਕਰ ਤੁਸੀਂ ਆਪਣੇ ਫੇਸ਼ੀਅਲ ਐਕਸਪ੍ਰੈਸ਼ਨਸ ਨੂੰ ਯੂਜ਼ ਕਰਦੇ ਆ ਉਹਦੇ ਨਾਲ ਤੁਹਾਡੀ ਲੈਂਗੁਏਜ ਐਬਿਲਿਟੀ ਹੋਰ ਵੀ ਵਧੀਆ ਹੋ ਜਾਂਦੀ। ਨੈਵਰ ਆਨਸਰ ਇਨ ਯੈਸ ਔਰ ਨੋ। ਕਦੀ ਵੀ ਯੈਸ ਔਰ ਨੋ ਦੇ ਵਿੱਚ ਆਨਸਰ ਨਾ ਦਿਓ। ਰਿਮੈਂਬਰ you will be assessed on your language skills, so speak। ਤੁਹਾਨੂੰ ਪਤਾ ਹੀ ਹੈ ਕਿ ਚੈੱਕ ਤੁਹਾਡੀ ਲੈਂਗੁਏਜ ਹੋਣੀ ਹੈ, ਸੋ ਇਸ ਕਰਕੇ ਕੱਲਾ ਯੈਸ ਨੂੰ ਆਨਸਰ ਦੋਗੇ ਤੇ ਐਗਜ਼ਾਮੀਨਰ ਇਹ ਨਹੀਂ ਸਮਝ ਸਕਦਾ ਕਿ ਤੁਹਾਨੂੰ ਲੈਂਗੁਏਜ ਕਿੰਨੀ ਆਉਂਦੀ ਹੈ, ਤੁਹਾਨੂੰ ਗ੍ਰਾਮਰ ਕਿੰਨੀ ਆਉਂਦੀ ਹੈ, ਤੁਹਾਨੂੰ ਵੋਕੈਬਲਰੀ ਕਿੰਨੀ ਆਉਂਦੀ ਹੈ। ਸੋ ਇਸ ਕਰਕੇ ਲੈਂਗੁਏਜ ਟੈਸਟ ਹੋਏਗਾ ਤੇ ਲੈਂਗੁਏਜ ਬੋਲਣੀ ਪੈਣੀ ਹੈ, ਇਸ ਕਰਕੇ ਤੁਹਾਨੂੰ ਬੋਲਣਾ ਚਾਹੀਦਾ ਉੱਥੇ ਯੈਸ ਔਰ ਨੋ ਦੇ ਵਿੱਚ ਜਾਂ ਸ਼ਾਰਟ ਆਨਸਰਸ ਨਹੀਂ ਦੇਣੇ। ਕਿ ਡੋਂਟ ਰਿਪੀਟ ਐਗਜ਼ਾਮੀਨਰ, ਲਰਨ ਟੂ ਪੈਰਾਫ੍ਰੇਜ਼। ਐਗਜ਼ਾਮੀਨਰ ਨੂੰ ਰਿਪੀਟ ਨਾ ਕਰੋ, ਬਿਕੋਜ਼ ਉਹਦੇ ਨਾਲ ਤੁਹਾਡੀ ਆਪਣੀ ਐਬਿਲਿਟੀ ਸ਼ੋ ਨਹੀਂ ਹੋ ਰਹੀ ਕਿ ਤੁਹਾਨੂੰ ਕੀ ਆਉਂਦਾ। ਅਗਰ ਐਗਜ਼ਾਮੀਨਰ ਨੇ ਕਿਹਾ ਕਿ ਡੂ ਯੂ ਲਾਈਕ ਸਮਥਿੰਗ, ਯੂ ਸੇ ਯੈਸ ਆਈ ਲਾਈਕ ਸਮਥਿੰਗ, ਇਟ ਮੀਨਸ ਯੂ ਆਰ ਨਾਟ ਡੂਇੰਗ ਐਨੀਥਿੰਗ ਔਨ ਯੋਰ ਓਨ। ਆਪਣੇ ਆਪ ਤੁਸੀਂ ਕੁਝ ਵੀ ਨਹੀਂ ਦੱਸ ਰਹੇ, ਤੁਸੀਂ ਐਗਜ਼ਾਮੀਨਰ ਨੂੰ ਰਿਪੀਟ ਕਰ ਰਹੇ ਹੋ। ਦੈਨ ਵੀ ਹੈਵ ਦ ਗਿਵ ਰੀਜ਼ਨਸ ਫॉर ਯੋਰ ਆਨਸਰਸ। ਕੋਈ ਵੀ ਆਨਸਰ ਦਿੰਦੇ ਆ ਤੁਹਾਨੂੰ ਉਸ ਆਨਸਰ ਦਾ ਰੀਜ਼ਨ ਦੇਣਾ ਪੈਣਾ। ਫॉर ਐਗਜ਼ਾਮਪਲ ਆਈ ਲਾਈਕ ਫਾਸਟ ਫੂਡ। ਫॉर ਐਗਜ਼ਾਮਪਲ ਕਿ ਤੁਹਾਨੂੰ ਕੁਐਸਚਨ ਪੁੱਛਿਆ ਡੂ ਯੂ ਲਾਈਕ ਫਾਸਟ ਫੂਡ, ਯੈਸ ਆਈ ਲਾਈਕ ਫਾਸਟ ਫੂਡ, but you didn't tell why you like fast food. So here we have to give a reason. Yes, I like fast food because it's very delicious and spicy. So I love spicy food. So ਇਸ ਕਰਕੇ ਆਪਾਂ ਹਰ ਇੱਕ ਚੀਜ਼ ਦਾ ਰੀਜ਼ਨ ਦੇਣਾ। ਸੋ ਇਹ ਹੈਗੀਆਂ ਬੇਸਿਕ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਮਾਈਂਡ 'ਚ ਰੱਖਣੀਆਂ ਬਿਫੋਰ ਸਟਾਰਟਿੰਗ ਸਪੀਕਿੰਗ ਐਂਡ ਬਿਫੋਰ ਯੂ ਆਰ ਰੈਡੀ ਫॉर योर एग्जाम। ਸੋ ਹੁਣ ਆਪਾਂ ਮੈਂ ਕੁਝ ਕੁਐਸਚਨਸ ਲਵਾਂਗਾ ਸਟੂਡੈਂਟ ਨਾਲ, ਕੁਐਸਚਨਸ ਦੇ ਆਨਸਰ ਦੇ ਕੇ ਦੱਸੂਗਾ ਕਿ ਸਟੂਡੈਂਟ ਅਕਸਰ ਕੀ ਮਿਸਟੇਕ ਕਰਦਾ, ਕਿਉਂ ਉਹਦਾ ਸਕੋਰ ਇੰਪਰੂਵ ਨਹੀਂ ਹੁੰਦਾ ਤੇ ਐਕਚੁਅਲ ਦੇ ਵਿੱਚ ਆਨਸਰ ਆਪਾਂ ਦੇਣੇ ਕਿਵੇਂ ਹੈਗੇ। ਸੋ ਸਟੂਡੈਂਟ ਮੈਂ ਕੁਝ ਕੁਐਸਚਨ ਲਏ ਆ ਔਰ ਮੇਨ ਕੁਐਸਚਨ ਉਹੀ ਲਏ ਆ ਜਿਹੜੇ ਜ਼ਿਆਦਾਤਰ ਸਟੂਡੈਂਟ ਨੂੰ ਪਹਿਲੀ ਹੀ ਵਾਰ ਦੇ ਵਿੱਚ ਪੁੱਛੇ ਜਾਂਦੇ ਆ। ਮੈਂ ਅੱਜ ਦੇ ਇਸ ਵੀਡੀਓ ਦੇ ਵਿੱਚ ਥੋੜੇ ਜਿਹੇ ਕੁਐਸਚਨ ਲਵਾਂਗਾ, ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ 1 ਬਾਈ 1 ਟੌਪਿਕ ਵਾਈਜ਼ ਵੀ ਇਸ ਚੀਜ਼ ਦੇ ਉੱਤੇ ਕੰਮ ਕਰਾਂਗੇ। ਸੋ ਕੁਐਸਚਨ ਦੇ ਨਾਲ ਸਟਾਰਟ ਕਰਦੇ ਹਾਂ ਹੁਣ ਆਪਾਂ ਸਟੂਡੈਂਟ। ਜਿਵੇਂ ਕਿ ਮੇਰਾ ਫਸਟ ਕੁਐਸਚਨ ਹੈਗਾ ਡੂ ਯੂ ਵਰਕ ਔਰ ਸਟੱਡੀ। ਸੋ ਐਗਜ਼ਾਮੀਨਰ ਜਦੋਂ ਇਹ ਕੁਐਸਚਨ ਪੁੱਛਦਾ ਕਿ ਡੂ ਯੂ ਵਰਕ ਔਰ ਸਟੱਡੀ, ਆਇਲ ਸੈਂਟਰਸ ਦੇ ਵਿੱਚ ਸਟੂਡੈਂਟ ਨੂੰ ਦੱਸਿਆ ਜਾਂਦਾ ਕਿ ਤੁਸੀਂ ਕੀ ਕਹਿਣਾ ਜਾਂ ਕੀ ਨਹੀਂ ਕਹਿਣਾ। ਕਿਉਂਕਿ ਮੈਂ ਬਹੁਤ ਸਾਰੇ ਸਟੂਡੈਂਟ ਦੇਖਿਆ, ਇੱਕ ਸਟੂਡੈਂਟ ਮੇਰੇ ਕੋਲ ਸੀਗਾ ਜਿਹੜਾ ਕਹਿੰਦਾ ਜਿਹਨੂੰ ਕਿਹਾ ਕਿ ਮੈਨੂੰ ਇਹ ਕਿਹਾ ਦੱਸਿਆ ਗਿਆ ਮੇਰੇ ਸੈਂਟਰ ਦੇ ਵਿੱਚ ਕਿ ਤੁਸੀਂ ਇਹ ਨਹੀਂ ਦੱਸਣਾ ਕਿ ਐਗਜ਼ਾਮੀਨਰ ਨੂੰ ਕਿ ਤੁਸੀਂ ਆਇਲਸ ਕਰਦੇ ਆ। ਆਈ ਡੋਂਟ ਥਿੰਕ ਵਾਟ ਇਜ਼ ਦਿਸ ਕਿ ਤੁਸੀਂ ਆਇਲਸ ਕਰਦੇ ਆ ਤੇ ਐਗਜ਼ਾਮੀਨਰ ਤੁਹਾਡੀ ਸਪੀਕਿੰਗ ਲੈ ਰਿਹਾ ਆਇਲਸ ਦੇ ਵਿੱਚ, ਉਹਨੂੰ ਇਹ ਨਹੀਂ ਪਤਾ ਵੀ ਤੁਸੀਂ ਕੀ ਕਰ ਰਹੇ ਹੋ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਹਮੇਸ਼ਾ ਪਰਹੇਜ਼ ਕਰੋ। You know that it's only a speaking test। ਤੁਹਾਡੀ ਸਪੀਕਿੰਗ ਦਾ ਟੈਸਟ ਆ, ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ, ਐਗਜ਼ਾਮੀਨਰ ਨੂੰ ਇਸ ਚੀਜ਼ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ। ਤੁਸੀਂ ਸੱਚ ਬੋਲਦੇ ਆ ਤੁਸੀਂ ਝੂਠ ਬੋਲਦੇ ਆ, ਐਗਜ਼ਾਮੀਨਰ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਤੁਹਾਡੀ ਨੌਲੇਜ ਟੈਸਟ ਨਹੀਂ ਕਰ ਰਿਹਾ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਸੋ ਆਲਵੇਜ਼ ਟਰਾਈ ਟੂ ਗਿਵ ਇਨਫੋਰਮੇਸ਼ਨ that you can speak well। ਜਿਹੜੀ ਤੁਸੀਂ ਸਹੀ ਬੋਲ ਸਕਦੇ ਆ ਉਹੀ ਇਨਫੋਰਮੇਸ਼ਨ ਦਿਓ। ਸੋ ਫਸਟ ਕੁਐਸਚਨ ਸਾਡਾ ਸਟੂਡੈਂਟ ਹੈਗਾ ਡੂ ਯੂ ਵਰਕ ਔਰ ਸਟੱਡੀ। ਹੁਣ ਮੈਂ ਦੱਸਿਆ ਕਿ ਸ਼ਾਰਟ ਆਨਸਰ ਨਹੀਂ ਦੇਣੇ, ਜਿਵੇਂ ਕਿ ਮੈਂ ਇੱਥੇ ਸ਼ਾਰਟ ਆਨਸਰ ਲਿਖਿਆ ਯੈਸ ਆਈ ਵਰਕ ਜਾਂ ਯੈਸ ਆਈ ਸਟੱਡੀ, ਬਟ ਇਹ ਬਹੁਤ ਸ਼ਾਰਟ ਆਨਸਰ ਆ। ਇਹਦੇ ਵਿੱਚ ਕੁਝ ਵੀ ਐਗਜ਼ਾਮੀਨਰ ਨੂੰ ਤੁਹਾਡੀ ਐਬਿਲਿਟੀ ਚੈੱਕ ਨਹੀਂ ਹੋ ਰਹੀ, ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਕਿੰਨੀ ਲੈਂਗੁਏਜ ਬੋਲ ਸਕਦੇ ਹੋ। ਸੋ ਅਗਰ ਮੈਂ ਇਸ ਕੁਐਸਚਨ ਦਾ ਆਨਸਰ ਦੇਣਾ ਹੁੰਦਾ ਤਾਂ ਮੈਂ ਸ਼ਾਇਦ ਇਸ ਕੁਐਸਚਨ ਦਾ ਆਨਸਰ ਦਿੰਦਾ ਯੈਸ ਆਈ ਐਮ ਅ ਸਟੂਡੈਂਟ ਐਂਡ ਆਈ ਐਮ ਡੂਇੰਗ ਗ੍ਰੈਜੂਏਸ਼ਨ ਇਨ ਮੈਡੀਕਲ ਸਾਇੰਸ। ਸੋ ਮੈਂ ਇੱਕ ਸਟੂਡੈਂਟ ਆ ਐਂਡ ਨਾਲ ਮੈਂ ਇਹ ਵੀ ਦੱਸਿਆ ਕਿ ਮੈਂ ਇਸ ਸਮੇਂ ਕੀ ਕਰ ਰਿਹਾ ਹਾਂ। Even if you are preparing for IELTS, you can say that yes, I am a student, I am preparing for IELTS।
ठीक है जी, इस तरीके दे नाल तुसीं अपना आंसर इस गल दा दे सकदे हो। सो नैवर गिव शॉर्ट आंसर्स लाइक यस आई वर्क और यस आई स्टडी। अगर तुसीं काम नहीं करदे, अगर तुसीं काम नहीं भी करदे, अगर तुसीं पढ़दे भी नहीं हैगे, काम भी नहीं करदे, even you can give answer in that way. Well, at present, neither I am a worker nor I am a student. I just have completed my senior secondary and at present I am free at my home. So इस तरीके नाल भी आंसर दिता जा सकता। So doesn't matter, you can give answer in any way that you think is good. So जिवें तुहानूं सही लगदा तुसीं उस तरीके नाल आंसर दे सकते हो। Next, where do you study? तुसीं कित्थे स्टडी करदे हो? I study at ABC college. So एक normal student की कहूगा I study at ABC college. Never do this. First of all, you are repeating the examiner. Number second, you are giving very simple answer, and in this way you can't get more than 5 bands because you are showing nothing to examiner that you know the language. So again मैं वही गल कहना कि लैंग्वेज बोलनी है। सो लैंग्वेज ਤਾਂ ਹੀ ਐਕਸਪਲੇਨ ਕਰ ਸਕਦੇ, ਤੁਸੀਂ ਆਪਣੀ ਲੈਂਗੁਏਜ ਐਬਿਲਿਟੀ ਤਾਂ ਹੀ ਸ਼ੋ ਕਰ ਸਕਦੇ ਆ ਜੇਕਰ ਤੁਸੀਂ ਉਹਨੂੰ ਕੁਝ ਨਾ ਕੁਝ ਬੋਲ ਕੇ ਦੱਸਦੇ ਆ, 2-4 ਸੈਂਟੈਂਸ ਬਣਾਉਂਦੇ ਆ, ਥੋੜੀ ਜਿਹੀ ਵੋਕੈਬਲਰੀ ਇਨਵੋਲਵ ਕਰਦੇ ਆ। ਈਵਨ ਉਹ ਸੈਂਟੈਂਸਸ ਕਿਸ ਤਰੀਕੇ ਦੇ ਆ ਉਹ ਵੀ ਡਿਪੈਂਡ ਕਰੂਗਾ। ਸੋ instead of saying I study at ABC college, you have to say I study in a local government college which is named ABC. It is one of the most famous colleges of my hometown. ਸੋ ਇਹਦੇ ਨਾਲ ਕੀ ਹੋਇਆ, ਦੇਖੋ ਐਗਜ਼ਾਮੀਨਰ ਨੂੰ ਨਹੀਂ ਪਤਾ ABC ਕਾਲਜ ਕੀ ਆ, ਉਹਨੂੰ ਨਹੀਂ ਪਤਾ ਹੈਗਾ ਇਹ ਕਿੱਥੇ ਆ। ਕਈ ਵਾਰੀ ਸਟੂਡੈਂਟ ਟਰਾਈ ਕਰਦਾ I study in a college is located in dash city, ਸਿਟੀ ਦਾ ਨਾਮ ਦੱਸੂਗਾ। ਐਗਜ਼ਾਮੀਨਰ ਹੈਜ਼ ਨਥਿੰਗ ਟੂ ਡੂ ਦੈਟ, ਈਵਨ ਉਹਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਹੈਗਾ ਸ਼ਹਿਰ ਕਿੱਥੇ ਨਹੀਂ। ਸੋ ਨਾ ਉਹਨੂੰ ਉਸ ਚੀਜ਼ ਨਾਲ ਕੋਈ ਮਤਲਬ ਆ। ਸੋ ਤੁਸੀਂ ਕੀ ਦੱਸਣਾ, ਇਸ ਤਰੀਕੇ ਨਾਲ ਦੱਸਣਾ ਕਿ ਉਹਨੂੰ ਲੱਗੇ ਵੀ ਇਹ ਕਾਲਜ ਕੀ ਹੈਗਾ, ਕਿੱਥੇ ਹੈਗਾ ਆ, ਕਿੱਦਾਂ ਦਾ ਕਾਲਜ ਆ। ਸੋ ਮੈਂ ਉਹਦੇ ਬਾਰੇ ਆਨਸਰ ਦਿੱਤਾ I study in a local government college means क्या कि एक government college है, even local है कि मेरे locality दे विच ही है, which is named ABC, जिसका name ABC है। सो एग्जामिनर ਨੂੰ clear ਹੋ ਗਿਆ कि ये एक government college ਹੋਊਗਾ, even ਇਹਦੀ locality ਦੇ ਵਿੱਚ ਆ, ਨਾਲ ਇਹਦਾ ਨਾਮ ਜਿਹੜਾ ABC ਹੈਗਾ। ਉਸ ਤੋਂ ਬਾਅਦ ਮੈਂ ਇੱਕ ਲਾਈਨ ਹੋਰ ਐਡ ਕੀਤੀ, it is one of the most famous colleges of my hometown. It means ਕਿ ਮੇਰੇ ਕਾਲਜ ਦੇ, ਮੇਰੇ ਹੋਮਟਾਊਨ ਦੇ ਵਿੱਚ ਜਿੰਨੇ ਵੀ ਫੇਮਸ ਕਾਲਜਸ ਹੈਗੇ ਆ ਉਹਨਾਂ ਵਿੱਚੋਂ ਇੱਕ ਕਾਲਜ ਇਹ ਆ। ਸੋ ਐਗਜ਼ਾਮੀਨਰ ਨੂੰ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਕਿ ਮੈਂ ਕਿਸ ਕਾਲਜ ਦੇ ਵਿੱਚ ਪੜ੍ਹ ਰਿਹਾ। ਯੂ ਕੈਨ ਅੰਡਰਸਟੈਂਡ ਦੈਟ ਵਿਚ ਆਨਸਰ ਇਜ਼ ਗੁੱਡ ਫॉर ਯੂ। ਇੱਕ ਆ ਆਨਸਰ ਆ, ਇੱਕ ਦੂਸਰੇ ਨੰਬਰ ਤੇ ਆਨਸਰ ਆ ਜਿਹੜਾ ਤੁਹਾਡੇ ਲਈ ਸਪੈਸ਼ਲ ਲਿਖਿਆ। ਸੋ ਇਸ ਤਰੀਕੇ ਨਾਲ ਆਨਸਰ ਦੇਣਾ। ਨੈਕਸਟ ਸਟੂਡੈਂਟ ਸਾਡਾ ਹੈਗਾ ਥਰਡ ਕੁਐਸਚਨ, ਡੂ ਯੂ ਇੰਜੋਏ ਸਟੱਡਿੰਗ देयर? ਕੀ ਤੁਸੀਂ ਉੱਥੇ ਆਪਣੀ ਸਟੱਡੀ ਨੂੰ ਇੰਜੋਏ ਕਰਦੇ ਆ? ਯੈਸ ਆਈ ਇੰਜੋਏ ਸਟੱਡੀ देयर। ਨੈਵਰ ਸੇ ਦਿਸ, ਡੋਂਟ ਗਿਵ ਓਨਲੀ ਅ ਸਿੰਪਲ ਆਨਸਰ। ਹਮੇਸ਼ਾ ਆਨਸਰ ਸਿੰਪਲ ਹੀ ਦੇਣਾ, ਬਟ लैंग्वेज वोकैबुलरी दो चीज़ों का ख्याल रखना ही रखना। तो यस आई एम एक्सट्रीमली हैप्पी टू स्टडी देयर, मैं बहुत खुश हाँ उत्थे स्टडी करता होया। नैक्सट मैं दसिया रीजन देना आपां, बिकॉज द कॉलेज हैज़ एंड द कॉलेज, सॉरी मैं स्टूडेंट इत्थे गलती कर गया एंड लगा के। यस I am extremely happy to study there because the college has subject specialist teachers and an educational ambience, which means कि मैं इस कॉलेज ਦੇ ਵਿੱਚ ਸਟੱਡੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਪੀ ਆ। ਕਿਉਂ ਹੈਪੀ ਆ? ਕਿਉਂਕਿ ਕਾਲਜ ਦੇ ਵਿੱਚ ਜਿਹੜੇ ਟੀਚਰਸ ਆ, ਇੱਕ ਤਾਂ ਸਬਜੈਕਟ ਸਪੈਸ਼ਲਿਸਟ ਆ। ਸਬਜੈਕਟ ਸਪੈਸ਼ਲਿਸਟ ਮੀਨਸ ਉਹ ਟੀਚਰਸ ਜਿਹੜੇ ਆਪਣੇ ਸਬਜੈਕਟਸ ਦੇ ਵਿੱਚ ਐਕਸਪਰਟ ਹੁੰਦੇ ਆ। ਈਵਨ ਦੋਸ ਟੀਚਰਸ ਕੈਨ ਟੀਚ ਯੂ ਵੈਲ। ਸੋ ਮੈਂ ਵੀ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਟੀਚਰ ਉਹੀ ਚੂਜ਼ ਕਰੋ ਜਿਹੜਾ ਤੁਹਾਨੂੰ ਕੁਛ ਨਾ ਕੁਛ ਰਾਈਟ ਗਾਈਡੈਂਸ ਦੇਵੇ, ਜਿਹਨੂੰ ਆਪੂ ਨੂੰ ਕੁਛ ਨਾ ਕੁਛ ਨੌਲੇਜ ਹੈਗੀ ਆ। ਡੋਂਟ ਸਰਚ ਐਵਰੀਥਿੰਗ ਔਨ ਦਾ YouTube। ਸੋ ਉਸ ਤੋਂ ਬਾਅਦ ਮੈਂ ਇੱਕ ਚੀਜ਼ ਲਿਖੀ ਹੈ, ਐਂਡ ਐਨ ਐਜੂਕੇਸ਼ਨਲ ਐਂਬੀਐਂਸ। ਐਜੂਕੇਸ਼ਨਲ ਐਂਬੀਐਂਸ ਮੀਨਸ ਕੀ ਹੈ ਕਿ ਉੱਥੇ ਜਿਹੜਾ ਮਾਹੌਲ ਆ, ਉਹ ਜਿਹੜਾ এনवायरमेंट ਆ, ਟੋਟਲੀ ਐਜੂਕੇਸ਼ਨ ਵਾਲਾ, ਮੀਨਸ ਕਿ ਕੋਈ ਡਿਸਟਰਬੈਂਸ ਉੱਥੇ ਨਹੀਂ ਹੈਗੀ। ਸੋ ਇਸ ਕਰਕੇ ਮੈਂ ਇਸ ਕਾਲਜ ਦੇ ਵਿੱਚ ਸਟੱਡੀ ਕਰਨਾ ਪਸੰਦ ਕਰਦਾ। ਵਾਈ ਡਿਡ ਯੂ ਚੂਜ਼ ਸਾਇੰਸ? ਨॉर्मल स्टूडेंट हमेशा स्टूडेंट ਕੀ ਕਹੂਗਾ, I chose science because I'm interested in science. There is nothing in the answer. ਆਨਸਰ ਦੇ ਵਿੱਚ ਕੁਝ ਵੀ ਨਹੀਂ ਹੈਗਾ ਸਟੂਡੈਂਟ, ਇੱਕ ਵਧੀਆ ਆਨਸਰ ਨਹੀਂ ਹੈਗਾ ਇਹ। ਸੋ ਕਿਵੇਂ ਆਨਸਰ ਦਵਾਂਗੇ ਇਹਦਾ? Well, the reason behind taking science is my keen interest in the subject. Well, ਕਿ ਮੇਰਾ ਜਿਹੜਾ ਰੀਜ਼ਨ ਹੈਗਾ ਇਸ ਸਟਰੀਮ ਨੂੰ ਚੂਜ਼ ਕਰਨ ਦਾ ਕਿ ਮੇਰਾ ਇਸ ਸਬਜੈਕਟ ਦੇ ਵਿੱਚ ਇੰਟਰਸਟ ਬਹੁਤ ਆ। But still I have to explain it why I'm interested in science. I love doing experiments in lab and make new inventions which can improve human life. So मैं science subject ਦੇ ਵਿੱਚ ਇਸ ਕਰਕੇ interested ਹਾਂ because ਮੈਂ lab ਦੇ ਵਿੱਚ experiments ਕਰਨਾ ਪਸੰਦ ਕਰਦਾ and ਮੇਰਾ new inventions ਕਰਨ ਦੇ ਵਿੱਚ ਵੀ ਬਹੁਤ ਇੰਟਰਸਟ ਹੈ ਜਿਹੜੀਆਂ ਕਿ ਹਿਊਮਨ ਲਾਈਫ ਨੂੰ ਇੰਪਰੂਵ ਕਰਨ ਸਕਣ।
ਸੋ ਇਸ ਕਰਕੇ ਮੈਂ ਸਾਇੰਸ ਸਬਜੈਕਟ ਨੂੰ ਲਿਆ। ਸੋ ਇਸ ਦਾ ਆਨਸਰ ਇਹੀ ਬਣਿਆ, ਵਾਈ ਡਿਡ ਯੂ ਚੂਜ਼ ਸਾਇੰਸ? Well, the reason behind taking science is my keen interest in the subject. I love doing experiments in lab and make new inventions which can improve human life. So इस तरीके ना स्टूडेंट आप इसका आंसर देवांगे। Next question, were you interested in science as a child? कि ਜਦੋਂ ਤੁਸੀਂ ਬੱਚੇ ਸੀ ਕਿ ਤੁਸੀਂ ਉਦੋਂ ਸਾਇੰਸ ਦੇ ਵਿੱਚ ਇੰਟਰਸਟਿਡ ਸੀ? Yes, no with a reason. Normal student ਕੀ ਕਹਿ ਦੂਗਾ ਕਿ ਹਾਂ ਇੰਟਰਸਟਿਡ ਸੀ ਜਾਂ no? ਸੋ ਅਗਰ ਮੈਂ ਇਹਦਾ ਆਨਸਰ ਦਊਂਗਾ ਕੁਝ ਵਧੀਆ ਤਰੀਕੇ ਦੇ ਨਾਲ, ਟੂ ਬੀ ਓਨੈਸਟ ਆਈ ਡਿਡਨਟ ਹੈਵ ਐਨੀ ਇੰਟਰਸਟ ਇਨ ਸਾਇੰਸ, ਇੱਥੇ ਮੈਂ ਲਿਖਣਾ ਭੁੱਲ ਗਿਆ, ਇਨ ਮਾਈ ਚਾਈਲਡਹੁੱਡ। ਸੋ ਸਟੂਡੈਂਟ ਇਹਦਾ ਆਨਸਰ ਕੀ ਬਣੂਗਾ? ਟੂ ਬੀ ਓਨੈਸਟ ਆਈ ਡਿਡਨਟ ਹੈਵ ਐਨੀ ਇੰਟਰਸਟ ਇਨ ਸਾਇੰਸ ਇਨ ਮਾਈ ਚਾਈਲਡਹੁੱਡ। ਬਟ ਅਗਰ ਮੈਂ ਇਮਾਨਦਾਰੀ ਨਾਲ ਦੱਸਾਂ ਤੇ ਬਚਪਨ ਦੇ ਵਿੱਚ ਮੇਰਾ ਸਾਇੰਸ ਦੇ ਵਿੱਚ ਕੋਈ ਇੰਟਰਸਟ ਨਹੀਂ ਸੀ ਐਕਚੁਅਲੀ, बट मैं उदों करदा कि सी एक्चुअली आई लव्ड आर्ट एट दैट टाइम। उस समय मैं आर्ट नूं पसंद करदा सी एंड आई यूज टू डू ड्राइंग, ते मैं उस समय ड्राइंग करदा हुंदा सी। यूज टू मैं इत्थे यूज कीता, दैट इज यूज टू से दैट समथिंग वाज ट्रू इन पास्ट बट नॉट एट प्रेजेंट, एंड मेक पेंटिंग्स। सो आई लव्ड आर्ट एट दैट टाइम एंड आई यूज टू डू ड्राइंग एंड मेक पेंटिंग्स। सो इस तरीके दे नाल आप इहदा आंसर दे सकदे हां कि मैं साइंस दे विच इंटरस्टेड नहीं सी चाइल्डहुड दे विच, ईवन कि उस समय मैं आर्ट्स दे विच इंटरस्टेड सीगा ते मैं हमेशा ड्राइंग करदा हुंदा सी ते पेंटिंग्स बनाउंदा हुंदा सी। सो इस तरीके नाल आप इहदा आंसर दे सकते हैं। सो ये सीगे साडे एक टॉपिक ते क्वेश्चन, मैं एक छोटा जिहा टॉपिक होर लिया ताकि तुहानूं थोड़े जिहे आंसर होर क्लीयर हो जाण। दूसरा मेन टॉपिक क्वेश्चन स्टूडेंट जिहड़ा हुंदा ओह हैगा होम टाउन। हुण होम टाउन दा जदों क्वेश्चन हुंदा बहुत सारे स्टूडेंट ये नहीं पता लगदा होम टाउन कहना किहनूं, पिंड नूं कहना, शहर नूं कहना, किहड़ी चीज़ नूं होम टाउन कहना। आई ऑलरेडी मैंशन दैट एग्जामिनर हैज़ नथिंग टू डू विद दैट। एग्जामिनर नूं कोई मतलब नहीं, तुसीं अपने पिंड बारे बोल रहे हो, तुसीं अपने शहर बारे बोल रहे हो। यू जस्ट हैव टू कन्वर्ट दैट थिंकिंग टू योर होम टाउन, कि अगर तुसीं अपने पिंड बारे बोलदे हो तुसीं उहनूं अपना होम टाउन कह सकदे हो, तुसीं अपने शहर बारे बोलदे हो तुसीं उहनूं भी अपना होम टाउन कह सकदे हो, डजंट मैटर। सो क्वेश्चन स्टार्ट करते हैं। टेल मी अबाउट द प्लेस वेयर यू लिव। सो इत्थे स्टूडेंट बहुत सारे की कहंदे आ, आई लिव इन विलेज, आई लिव इन डैश विलेज, या कई बार कहते कि आई लिव इन विलेज, इट इज लोकेटेड ऑन डैश हाईवे बिटवीन डैश एंड डैश। भी कोई शहर का नाम लैके कहणगे इस हाईवे ते लोकेटेड। एग्जामिनर नूं नहीं पता वो हाईवे की आ, एग्जामिनर नूं इंपॉर्टेंस चाहिए उस चीज़ की ताकि इहनूं आंसर क्लीयर हो जाए। उन्होंने नहीं पता किहड़ी लोकेशन आ, उन्होंने नहीं पता किहड़ा हाईवे आ। सो इस करके स्टूडेंट इस क्वेश्चन का आंसर देने के लिए असीं की कहना, आई बिलोंग टू अ स्मॉल विलेज। फस्ट ऑफ ऑल तुसीं दसदा कि एक स्मॉल विलेज आ। It's I belong to a small village named Dash. Although it is a small, it has all the facilities like schools, hospitals and shops. Moreover, it is full of greenery. So मेरा आंसर दे विच की होया कि मैं एक छोटे पिंड नूं बिलोंग करदा हां। इहदा नेम आ वाला हैगा, ठीक है, दस सकते हैं तुसीं। हुण की आ ओनूं आपां इह कहण दे नालों भी कित्थे हैगा आ, किहड़े जिले दे विच आ, एग्जामिनर नूं इस चीज़ नाल कोई मतलब नहीं। यू जस्ट हैव टू टॉक अबाउट योर विलेज, अपने पिंड के बारे बोलना। सो उत्थे मैं की किया, ऑल्दो इट्स ए स्मॉल, एक कंपलैक्स सेंटेंस यूज किया मैं कि बेशक एक छोटा पिंड है, इट हैज़ ऑल द फैसिलिटीज लाइक स्कूल्स, हॉस्पिटल्स एंड शॉप्स। बट ये फैसिलिटीज जिहड़ियां वो सारियां हैगियां आ, जिवें कि स्कूल्स हो गए, हॉस्पिटल्स है, शॉप्स हो गए। सो तुहाडा विलेज जिहड़ा वधिया तरीके नाल एक्सप्लेन हो रहा। ईवन आई सैड मोरओवर इट इज़ फुल ऑफ ग्रीनरी, ते ये जिहड़ा प्लेस आ टोटली ग्रीनरी नाल भरिया होया है। सो ਇਹਦੇ ਨਾਲ ਤਾਂ ਐਗਜ਼ਾਮੀਨਰ ਨੂੰ ਕੁਝ ਲੱਗਿਆ ਕਿ ਹਾਂ ਤੁਸੀਂ ਕਿਸ ਤਰ੍ਹਾਂ ਦੇ ਪਿੰਡ ਦੇ ਵਿੱਚ ਰਹਿੰਦੇ ਹੋ, ਕਿ ਛੋਟਾ ਪਿੰਡ ਆ ਬਟ ਉੱਥੇ ਸਾਰੀਆਂ ਫੈਸਿਲਿਟੀਜ਼ ਆ ਐਂਡ ਇਹ ਗ੍ਰੀਨਰੀ ਵਾਲਾ ਪਿੰਡ ਆ। ਸੋ ਇਸ ਤਰੀਕੇ ਦੇ ਨਾਲ ਆਨਸਰ ਦੇਣਾ ਸਟੂਡੈਂਟ ਹਮੇਸ਼ਾ ਇਸ ਕੁਐਸਚਨ ਦਾ। ਨੈਕਸਟ ਕੁਐਸਚਨ, what do you like about your village? ਤੁਸੀਂ ਆਪਣੇ ਪਿੰਡ ਦੇ ਬਾਰੇ ਵਿੱਚ ਜਾਂ ਆਪਣੇ ਪਿੰਡ ਦੇ ਲਈ ਆਪਣੇ ਪਿੰਡ ਵਿੱਚ ਕੀ ਪਸੰਦ ਕਰਦੇ ਹੋ? ਸੋ ਕੀ ਕਹਾਂਗੇ ਆਪਾਂ, ਵੈਲ ਆਈ ਲਾਈਕ ਐਵਰੀਥਿੰਗ देयर, ਮੈਂ ਉੱਥੇ ਸਾਰੀਆਂ ਚੀਜ਼ਾਂ ਪਸੰਦ ਕਰਦਾ ਹਾਂ। ਬਟ ਮੋਸਟ ਇੰਪੋਰਟੈਂਟਲੀ, बट सब तो ज़्यादा a playground is the place that I love most. So एक playground आ जिन्हों मैं सब तो ज़्यादा पसंद करता। As youngsters play sports there and stay healthy. नाल ही मैं उस चीज़ का रीज़न भी दिता भी क्यों, क्योंकि प्लेग्राउंड के नाल बहुत सारे स्टूडेंट जिहड़े मेरे यंगस्टर्स हैगे उत्थे वो स्पोर्ट्स खेडदे आ ते अपने आप नूं हेल्दी रखते। सो वो चीज़ मैनूं अपने पिंड दे विच सब तो ज़्यादा पसंद हैगी आ। नैक्सट, what kind of jobs do people do in your village?
ਤੁਹਾਡੇ ਪਿੰਡ ਵਿੱਚ ਲੋਕ ਕਿਸ ਤਰ੍ਹਾਂ ਦੀਆਂ ਜੌਬਸ ਕਰਦੇ ਆ। ਨਾਰਮਲੀ ਪਿੰਡਾਂ ਦੇ ਲੋਕ ਐਗਰੀਕਲਚਰ 'ਚ ਇਨਵੋਲਵ ਹੁੰਦੇ ਆ ਜਾਂ ਫਿਰ ਸਾਡੇ ਇੱਥੇ ਗਵਰਨਮੈਂਟ ਜੌਬਸ ਪਪੂਲਰ ਹੈਗੀਆਂ। ਸੋ ਇਸ ਤਰੀਕੇ ਨਾਲ ਹੀ ਆਨਸਰ ਦਵਾਂਗੇ। ਨਾਰਮਲੀ ਸਟੂਡੈਂਟ ਕੀ ਕਹਿੰਦਾ ਕਿ ਇਨ ਮਾਈ ਵਿਲੇਜ ਪੀਪਲ ਡੂ ਡਿਫਰੈਂਟ ਕਾਈਂਡ ਆਫ ਜੌਬਸ, ਬਟ ਮੇਰੇ ਆਨਸਰ ਦੇ ਅਕੋਰਡਿੰਗ ਇਨ ਮਾਈ ਵਿਲੇਜ people involved in different jobs. A majority of the people are engaged in agriculture. Means ਕਿ ਇੱਕ ਵੱਡੀ majority ਲੋਕਾਂ ਦੀ ਜਿਹੜੀ ਹੈਗੀ ਆ ਉਹ ਤਾਂ agriculture 'ਚ involve ਹੈਗੀ ਆ, which is the primary occupation of villagers. ਜੋ ਕਿ agriculture ਜਿਹੜਾ ਆ ਪਿੰਡਾਂ ਦਾ ਤਾਂ ਕਹਿ ਲਈਏ ਅਸੀਂ main occupation ਹੈਗਾ ਉਹ, and some are government employees. So ਇਸ ਤਰੀਕੇ ਨਾਲ ਮੈਂ ਆਨਸਰ ਦਿੱਤਾ ਕਿ in my village people involved in different jobs. A majority of people are engaged in agriculture, which is the primary occupation of villagers, and some people are involved or are government employees. So ਇਸ ਤਰੀਕੇ ਦੇ ਨਾਲ ਆਪਾਂ ਆਨਸਰ ਦੇ ਸਕਦੇ ਹਾਂ। ਸੋ ਬੇਸਿਕਲੀ ਮੇਰੇ ਕਹਿਣ ਦਾ ਮਤਲਬ ਕੀ ਸੀਗਾ ਸਟੂਡੈਂਟ ਇਸ ਸਾਰੀ ਵੀਡੀਓ ਦੇ ਵਿੱਚ ਕਿ ਜਦੋਂ ਵੀ ਆਪਾਂ ਆਇਲਸ ਸਪੀਕਿੰਗ ਦੇ ਵਿੱਚ ਆਨਸਰ ਦਿੰਦੇ ਆ ਉੱਥੇ ਤੁਸੀਂ ਸੱਚ ਬੋਲਦੇ ਆ ਝੂਠ ਬੋਲਦੇ ਆ ਡਸਨਟ ਮੈਟਰ। ਨੈਵਰ ਗਿਵ ਸ਼ਾਰਟ ਆਨਸਰਸ, ਕਦੀ ਵੀ ਆਨਸਰ ਯੈਸ ਨੋ ਚ ਨਾ ਦਵੋ। ਨੰਬਰ 2 ਐਗਜ਼ਾਮੀਨਰ ਨੂੰ ਕਾਪੀ ਨਾ ਕਰੋ, ਪੈਰਾਫ੍ਰੇਜ਼ ਕਰਨ ਦੀ ਕੋਸ਼ਿਸ਼ ਕਰੋ। ਐਂਡ keep in mind that you are being assessed on your language ability. ਤੁਸੀਂ ਆਪਣੀ ਲੈਂਗੁਏਜ ਐਬਿਲਿਟੀ ਤੋਂ ਅਸੈਸ ਹੋ ਰਹੇ ਆ। ਤੁਹਾਨੂੰ ਨੰਬਰ ਮਿਲਣੇ ਆ ਫਲੂਐਂਸੀ ਦੇ, ਤੁਹਾਨੂੰ ਨੰਬਰ ਮਿਲਣੇ ਆ ਗ੍ਰਾਮਰ ਦੇ, ਤੁਹਾਨੂੰ ਨੰਬਰ ਮਿਲਣੇ ਆ ਵੋਕੈਬਲਰੀ ਦੇ, ਤੁਹਾਨੂੰ ਨੰਬਰ ਮਿਲਣੇ ਆ ਪ੍ਰੋਨਾਂਸੀਏਸ਼ਨ ਦੇ। ਸੋ ਜੋ ਵੀ ਕਹਿਣਾ ਕਲੀਅਰ ਕਹਿਣਾ, ਜੋ ਵੀ ਗੱਲ ਕਹਿਣੀ ਹੈ ਕੋਸ਼ਿਸ਼ ਕਰਨਾ ਕਿ ਸੈਂਟੈਂਸ ਵਧੀਆ ਬਣਾਇਆ ਜਾਵੇ, ਉਹਦੇ ਵਿੱਚ ਕੁਛ ਨਾ ਕੁਛ ਵੋਕੈਬਲਰੀ ਪਾਈ ਜਾਵੇ ਤਾਂ ਕਿ ਤੁਹਾਡਾ ਆਨਸਰ ਵਧੀਆ ਲੱਗੇ। ਇਦਾਂ ਨਹੀਂ ਕਹਿਣਾ ਕਿ ਆਈ ਲਿਵ ਇਨ ਅ ਵਿਲੇਜ, ਇਟ ਇਜ਼ ਲੋਕੇਟਡ ਔਨ ਹਾਈਵੇ between dash and dash. Examiner ਨੂੰ ਕੋਈ ਮਤਲਬ ਨਹੀਂ ਕਿੱਥੇ ਲੋਕੇਟਡ ਹੈਗਾ। Examiner wants some vocabulary and some sentences. So always say that I live in a village which has all the facilities. ਇਸ ਤਰੀਕੇ ਨਾਲ ਜਿਵੇਂ ਮੈਂ ਆਨਸਰ ਦਿੱਤੇ ਆ। ਸੋ ਇਹ ਸੀਗੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ। ਨੈਕਸਟ ਵੀਡੀਓ ਦੇ ਵਿੱਚ ਕੋਈ ਹੋਰ ਟੌਪਿਕ ਲੈ ਕੇ ਆਉਂਗਾ, ਉਸ ਤੇ ਗੱਲ ਕਰਾਂਗੇ। ਸੋ ਅਗਰ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਸਟੂਡੈਂਟ ਤੇ ਡੋਂਟ ਫੋਰਗੇਟ ਟੂ ਲਾਈਕ ਇਟ, ਸ਼ੇਅਰ ਇਟ ਐਂਡ ਸਬਸਕ੍ਰਾਈਬ ਮਾਈ ਚੈਨਲ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਪੀਕਿੰਗ ਮੋਡਿਊਲ ਦੇ ਉੱਤੇ ਹੋਰ ਵੀ ਵੀਡੀਓਜ਼ ਲੈ ਕੇ ਆਉਂਗਾ। ਥੈਂਕ ਯੂ।